खुदाए बेदार बैठी सारी पलक खुदाए बेदार बैठी सुता जागदा हिंदुस्तान क्यों नहीं। परम सत्कारयोग एक नूरों पैदा होए संसार नूं जानन वालियां मनुखी बेहतरी ते बराबरी लई जूझदियां जागदियां जमीरां नूं ढाडी जथा गुरफतेह अर्ज करदा है। वाहेगुरु जी का खालसा वाहेगुरु जी की फतेह। आजादी जिंदगी है गुलामी मौतों बुरी जिंदगी नूं मानण दी जुरत सिरड़ ते कुर्बानी वाला इतिहास बख्शदा है। इतिहास बारे गुरबाणी बाबाणियां कहानियां पुत सपुत करेन दी मत दिंदी है। भारत दी कौमी आजादी लहर विच गदर लहर दा जिक्र फखरयोग है। गोरे ने पाड़ो ते राज करो दी नीति नाल भारत गुलाम कीता। रड़क मड़क नाल जिउण वाले पंजाबियां होरनां नूं फौजां विच भर्ती करके वतनों घरों दूर होर मुल्कां नूं गुलाम करन ते उन्हां नूं गुलाम रहण वास्ते मजबूर कीता। बेईमान दे वादा इरादियां बारे शायर कहंदा है वेखो हशर गुलामी दी जिंदगी दा रोदे कखां दे वांग इंसान हिंदी पैरां हेठ लताड़दे हैं सियारे हर पास्यों सहन अपमान हिंदी भोए वेच परदेस कमाइयां दे आए दिल विच लै अरमान हिंदी लोथां फिरन जिउंदियां जग उत्ते चाहुंदे सन हुकम रान। भैणों ते भराओ हर साल की तरह ਆਪਾਂ ਜਦੋਂ ਵੀ ਇਸ ਆਜ਼ਾਦੀ ਸੰਗਰਾਮ ਦੇ ਸੂਰਮਿਆਂ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਆਉਂਦੇ ਹਾਂ ਤੇ ਉਹਨਾਂ ਦੇ ਨਾਂ ਦੇ ਉੱਤੇ ਮੇਲੇ ਮਨਾਉਂਦੇ ਹਾਂ ਤੇ ਸਭ ਤੋਂ ਪਹਿਲਾਂ ਅਸੀਂ ਹਿੰਦੁਸਤਾਨ ਦੀ ਜੰਗੇ ਆਜ਼ਾਦੀ ਦੇ ਉਸ ਸੰਗਰਾਮੀ ਯੋਧੇ ਪ੍ਰੋਫੈਸਰ ਮੌਲਵੀ ਮੁਹੰਮਦ ਬਰਕਤੁੱਲਾ ਜਿਹੜੇ ਗਦਰ ਪਾਰਟੀ ਦੇ ਵਾਈਸ ਪ੍ਰਧਾਨ ਵੀ ਰਹੇ ਨੇ ਉਹਨਾਂ ਦੀ ਮਜ਼ਾਰ ਦੇ ਉੱਤੇ ਆ ਕੇ ਪਹਿਲਾਂ ਸ਼ਰਧਾ ਦੇ ਫੁੱਲ ਚੜਾ ਕੇ ਤੇ ਆਪਣਾ ਮੇਲੇ ਦੀ ਸ਼ੁਰੂਆਤ ਕਰਦੇ ਹਾਂ। इस साल जिहड़ी ये महामारी मैं तैनूं महामारी आखांगा कि बहुत दुनिया भर दे विच इस महामारी ने मनुख दा बड़ा नुकसान किया बहुत ज़्यादा क्योंकि ये 1914 जां उस तो पहलां दियां पईयां पलेगां नालों भी एक वध भयानक बीमारी साबित हुई है। सो इस करके असीं इस साल मेला तां नहीं करा सकांगे पर साडे कुछ कसूझवान मित्रां ਜਿਹੜੇ ਸ਼ਿਆਰਾ ਸਿੰਘ ਜੀ ਓਮਨੀ ਵੀਡੀਓ ਵਾਲੇ ਆ ਕਾਫੀ ਚਿਰ ਪਹਿਲਾਂ ਇਹਨਾਂ ਨੇ ਆਖਿਆ ਕਿ ਮੇਲਾ ਤਾਂ ਨਹੀਂ ਕਰਾਇਆ ਜਾਣਾ ਤੇ ਘੱਟੋ ਘੱਟ ਆਪਾਂ 10-15 ਜਣੇ ਐਕਟੀਵਿਟੀਜ਼ ਬਣੀ ਰਹੂਗੀ ਤੇ ਬਰਕਤੁੱਲਾ ਦੀ ਕਬਰ ਦੇ ਉੱਤੇ ਫੁੱਲ ਚੜਾ ਕੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰ ਦਈਏ। ਫਿਰ ਬਿੰਦਰਾ ਸਾਹਿਬ ਉਹਨਾਂ ਨੇ ਵੀ ਫੋਨ ਕਿਹਾ ਕਿ ਗਿੱਲ ਹੁਣੀ ਆਖਦੇ ਸੀ ਮੈਂ ਕਿਹਾ ਇਹ ਗੱਲ ਤਾਂ ਹੋਈ ਸੀ ਪਰ ਮੇਰਾ ਮਨ ਨਹੀਂ ਸੀ ਮੰਨਦਾ ਵੀ ਐਤਕੀ ਅਸੀਂ ਨਾ ਹੀ ਕਰੀਏ ਤੇ ਕੋਈ ਗੱਲ ਨਹੀਂ ਏਡੀ ਹੋਣ ਲੱਗੀ ਕਿਉਂਕਿ ਸਮਾਂ ਪਿਆ ਆ ਫਿਰ ਉਹਦੇ ਲਈ ਅਸੀਂ ਆਪਣਾ ਜਿਹੜਾ ਇਹ ਪ੍ਰੋਗਰਾਮ चालू रखांगे कंटिन्यू रखांगे। तो शारा सिंह कहन लगे भी एक्टिविटीज़ बनी रहूगी विच ब्रेक ना होगी तो तुसीं भी एक्टिव रहोगे तुसीं भी सुस्त ना होवोगे। सो उस गल नूं असीं मद्दे नज़र रखते हुए अज दा दिन ये चुनिया एतवार दा ते मैं सब तो पहलां तुहानूं सारिआं नूं जिहड़े इहो ਜਿਹੇ इस भयानक दौर दे विच बीबियां भैणां आ भरा आ जिहड़े इस उस महान शहीद नूं अपने शरधा दे फुੱਲ भेंट करन लई आए हैं तो मैं उन्हों का धन्नवाद भी करदा तो उन्होंने जी आया भी आखदा।
ਬਹੁਤਾ ਸਮਾਂ ਅਸੀਂ ਸ਼ਾਇਦ ਅੱਜ ਨਾ ਲਾ ਸਕੀਏ ਜਿਸ ਤਰ੍ਹਾਂ ਅਸੀਂ ਪਹਿਲਾਂ ਵਿਸਥਾਰਪੂਰਨ ਉਹਨਾਂ ਦੀਆਂ ਜੀਵਨੀਆਂ ਬਾਰੇ ਦੱਸਦੇ ਰਹੇ ਸੀ। ਪਰ ਐਤਕੀ ਦਾ ਇਹ ਜਿਹੜਾ ਮੇਲਾ ਸੀ ਸਾਡਾ, ਪਿਛਲਾ ਸਾਲ ਸੀ 2019 ਦਾ, ਜਿਹੜਾ ਜਲ੍ਹਿਆਂਵਾਲੇ ਬਾਗ ਨੂੰ ਸਮਰਪਿਤ ਸੀ। ਖੂਨੀ ਕਾਂਡ ਵਾਪਰਿਆ ਸੀ ਜਿਹੜਾ, ਜਿਹਦੇ ਲਈ ਅਸੀਂ ਸਾਨ ਫਰਾਂਸਿਸਕੋ ਵਿੱਚ ਉਹਦੇ ਨਾਂ 'ਤੇ ਸੈਮੀਨਾਰ ਵੀ ਕਰਾਇਆ ਸੀ। ਉਹ ਗਦਰ ਪਾਰਟੀ ਦੇ ਸੰਗਰਾਮੀ ਯੋਧਿਆਂ ਦੀ ਧਰਤੀ ਆ, ਉਹ ਚਰਨ ਛੋਹ ਪ੍ਰਾਪਤ ਆ, ਜਿੱਥੋਂ ਉਹਨਾਂ ਨੇ ਬੈਠ ਕੇ ਮਤੇ ਪਕਾਏ ਸੀ ਤੇ ਗਦਰ ਅਖਬਾਰ ਕੱਢਦੇ ਰਹੇ। ਤਾਂ ਆਹ ਸਾਲ ਜਿਹੜਾ ਆ, ਇਹ ਸਾਡਾ ਵਿਚਾਰ ਸੀ ਐਤਕੀ ਕਿ ਅਮਰੀਕਨ ਉਹਨਾਂ ਦੇਸ਼ ਭਗਤਾਂ ਨੂੰ ਡੈਡੀਕੇਟ ਕੀਤਾ ਜਾਵੇ ਮੇਲਾ, ਕਿ ਜਿਨ੍ਹਾਂ ਨੇ ਸਾਡੇ ਗਦਰ ਪਾਰਟੀ ਦੇ ਉਸ ਮਹਾਨ ਸੂਰਮਿਆਂ ਦੇ ਮੋਢੇ ਨਾਲ ਮੋਢਾ ਢਾ ਕੇ ਹਿੰਦੁਸਤਾਨ ਦੀ ਜੰਗੇ ਆਜ਼ਾਦੀ ਦੀ ਜੰਗ ਲੜੀ। ਚਾਹੇ ਉਹ ਬੀਬੀਆਂ ਸੀ, ਮੈਂ ਉਹਨਾਂ ਦੇ ਕੁਛ ਨਾਂ ਲਵਾਂਗਾ ਕਿਉਂਕਿ ਉਹਨਾਂ ਮੇਰੇ ਮਨ 'ਚ ਉਹਨਾਂ ਪ੍ਰਤੀ ਬੜਾ ਸਤਿਕਾਰ ਆ। ਉਹ ਸਾਡੀ ਬੋਲੀ ਨਹੀਂ ਸੀ ਜਾਣਦੇ, ਉਹ ਸਿਰਫ ਸਾਡਾ ਦਰਦ ਸਾਂਝਾ ਸੀ। ਆਇਰਲੈਂਡ ਦੇ ਯੋਧੇ ਤੇ ਖਾਸ ਕਰ ਮਿਸ ਐਗਨੈਸ ਸਮੈਡਲੀ, ਜਿਹੜੀ ਨਿਊਯਾਰਕ ਦੀ ਠੰਡੀ ਜੱਖ ਤੇ ਉਹਨਾਂ ਵੇਲਿਆਂ ਵਾਲੀ ਘਟੀਆ ਅੰਡੇਮਾਨ ਨਿਕੋਬਾਰ ਦੇ ਟਾਪੂਆਂ ਵਰਗੀ ਕਾਲੀ ਭੈੜੀ ਜੇਲ੍ਹ ਸੀ ਜਿਹਦੇ ਵਿੱਚ ਉਹ ਬੰਦ ਰਹੀ। ਮਾਰਗਟ ਸੰਗਰ, ਐਮਾ ਗੋਲਡਮੈਨ, ਜਿਹਨੇ ਬਾਅਦ ਵਿੱਚ ਨਹਿਰੂ ਨਾਲ, ਮਹਾਤਮਾ ਗਾਂਧੀ ਨਾਲ ਵੀ ਉਹਨੇ ਜੇਲ੍ਹ ਤੋਂ ਰਿਹਾ ਹੋਣ ਤੋਂ ਬਾਅਦ ਉਹਨੇ ਹਿੰਦੁਸਤਾਨ ਦੀ ਜੰਗੇ ਆਜ਼ਾਦੀ ਬਾਰੇ ਤੇ ਉੱਥੇ ਦੀਆਂ ਬਣਨ ਵਾਲੀਆਂ ਸਰਕਾਰਾਂ ਬਾਰੇ ਗੱਲਬਾਤ ਕੀਤੀ ਸੀ। ਤੇ ਆਇਰਲੈਂਡ ਦਾ ਉਹ ਪ੍ਰੈਜ਼ੀਡੈਂਟ ਜਿਹੜਾ ਬਾਅਦ ਵਿੱਚ ਆਇਰਲੈਂਡ ਦਾ ਪ੍ਰੈਜ਼ੀਡੈਂਟ ਬਣਿਆ, ਜਿਹਨੂੰ ਮੌਤ ਦੀ ਸਜ਼ਾ ਵੀ ਹੋਈ ਤੇ ਜੇਲ੍ਹ ਤੋੜ ਕੇ ਉਹ ਦੌੜ ਗਿਆ ਸੀ ਅਮਰੀਕਾ ਦੇ ਵਿੱਚ ਆ ਗਿਆ ਸੀ। ਉਹਦਾ ਨਾਂ ਸੀ ਐਮਨ ਡੀ ਵਲੇਰਾ। ਉਸ ਬੰਦੇ ਨੇ ਵੀ ਇਹਨਾਂ ਦਿਨਾਂ ਦੇ ਵਿੱਚ ਹੀ ਇਹਨਾਂ 'ਤੇ ਕੇਸ ਚੱਲੇ ਨਿਊਯਾਰਕ ਦੇ ਵਿੱਚ, ਇਹਨਾਂ ਨੂੰ ਸਜ਼ਾਵਾਂ ਹੋਈਆਂ, ਉਹਨਾਂ ਦੇ ਘਰ ਘਾਟ ਸਾੜੇ ਗਏ, ਉਹਨਾਂ ਦੇ ਔਰਤਾਂ ਨਾਲ ਬਲਾਤਕਾਰ ਕੀਤੇ ਗਏ। ਕੁਛ ਅਖਬਾਰਾਂ ਨੇ ਇੱਕ ਇਹੋ ਜਿਹੀ ਸਟਰੀਮ ਬਣਾ ਦਿੱਤੀ ਕਿ ਸੋਸ਼ਲਿਸਟ ਮੁਲਕ ਦੇ ਏਜੰਟ ਆ, ਖਾਸ ਕਰ ਰੂਸ ਵਾਲਿਆਂ ਦੇ, ਤੇ ਜਿਹੜੇ ਅਮਰੀਕਾ ਦੇ ਵਿੱਚ ਅਨਾਰਕਿਜ਼ਮ ਫੈਲਾਉਣਾ ਚਾਹੁੰਦੇ ਆ, ਤੇ ਉਹਨਾਂ ਦੇ ਇਸੇ ਨੇ ਮੌਬ ਨੇ ਉਹਨਾਂ ਦੇ ਗੁੱਸੇ 'ਚ ਆ ਕੇ ਉਹਨਾਂ ਦੇ ਘਰ ਘਾਟ ਤੋੜੇ, ਉਹਨਾਂ ਦੇ ਦਫ਼ਤਰ ਤੋੜੇ, ਉਹਨਾਂ ਨੂੰ ਅੱਗਾਂ ਲਾਈਆਂ ਤੇ ਔਰਤਾਂ ਦੇ ਨਾਲ ਬਲਾਤਕਾਰ ਕੀਤੇ। ਪਰ ਫਿਰ ਵੀ ਉਹ ਡੋਲੇ ਨਹੀਂ, ਉਹ ਚੁੱਕੇ ਨੇ, ਉਹਨਾਂ ਨੇ ਮਾਫੀਆਂ ਨਹੀਂ ਉਹ ਮੰਗੀਆਂ। ਤੇ ਉਹਨਾਂ ਨੇ ਸਿਰਫ ਮੈਨੂੰ ਕੁਛ ਉਹ ਹੀ ਯਾਦ ਆ ਜਦੋਂ ਉਹ ਕਹਿਣ ਲੱਗੇ ਉਹਨਾਂ ਨੂੰ ਕਿ ਤੁਸੀਂ ਇੱਕ ਬ੍ਰਿਟਿਸ਼ ਏਜੰਟ, ਬ੍ਰਿਟਿਸ਼ ਦੇ ਸਿਪਾਹੀ ਆ, ਤੇ ਉਹਨਾਂ ਦਾ ਜਵਾਬ ਸੀਗਾ ਕਿ ਬੇਸ਼ਰਮੋ ਤੁਸੀਂ ਆ ਸਿਪਾਹੀ, ਜੇ ਮੈਂ ਅੰਗਰੇਜ਼ਾਂ ਦੀ ਜਸੂਸ ਹਾਂ, ਰਸ਼ੀਆ ਵਾਲਿਆਂ ਦੀ ਮੈਂ ਜਸੂਸ ਹਾਂ, ਤੇ ਤੁਸੀਂ ਵੀ ਅੰਗਰੇਜ਼ਾਂ ਦੇ ਜਸੂਸ ਹੋ। ਮੈਂ ਉਨੀ ਜਸੂਸ ਹਾਂ ਕਿ ਜਿੰਨਾ ਬੈਂਜਾਮਿਨ ਫਰੈਂਕਲਿਨ ਜਸੂਸ ਸੀਗਾ, ਜਾਂ ਜਿੰਨਾ ਅਮਰੀਕਾ ਦਾ ਪਹਿਲਾ ਪ੍ਰੈਜ਼ੀਡੈਂਟ ਬਣਿਆ, ਉਹਨੇ ਵੀ ਅਮਰੀਕਾ ਦੀ ਆਜ਼ਾਦੀ ਲਈ ਫਰਾਂਸ ਕੋਲੋਂ ਆਪਣੀ ਮਦਦ ਮੰਗੀ ਸੀ, ਤੇ ਹਿੰਦੁਸਤਾਨ ਦੀ ਆਜ਼ਾਦੀ ਲਈ ਮਦਦ ਕਰਨਾ ਸਾਡਾ ਕੋਈ ਗੁਨਾਹ ਨਹੀਂ। ਇਹ ਮੇਲਾ ਸਾਡਾ ਐਤਕੀ ਉਹਨਾਂ ਲਈ ਡੈਡੀਕੇਟ ਸੀਗਾ। ਪਰ ਸਾਡੀ ਇਹ ਕੋਸ਼ਿਸ਼ ਹੋਊਗੀ ਕਿ ਉਹਨਾਂ ਦੇ ਬਹੁਤ ਸਾਰੇ ਆਰਟੀਕਲ ਜਿਹੜੇ ਅਸੀਂ ਇਕੱਠੇ ਕੀਤੇ ਆ, ਉਹਨਾਂ ਨੂੰ ਅਸੀਂ ਇੱਕ ਕਿਤਾਬ ਦਾ ਰੂਪ ਦੇ ਦਈਏ ਜਿਹੜੀ ਅੰਗਰੇਜ਼ੀ ਆ, ਤੇ ਕੁਛ ਕੁ ਦੇ ਮੈਂ ਟਰਾਂਸਲੇਸ਼ਨ ਸ਼ੁਰੂ ਕੀਤੀ ਹੋਈ ਆ ਜਿਹੜੀ ਅੰਗਰੇਜ਼ੀ ਤੋਂ ਪੰਜਾਬੀ ਵਾਲੀ ਆ। ਡਾਕਟਰ ਬੇਦ ਹੋਣੀ ਉਹਦਾ ਹਿੰਦੀ ਵਿੱਚ ਕਰ ਦੇਣਗੇ, ਕਿਉਂਕਿ ਹਿੰਦੀ ਸਪੀਕਿੰਗ ਏਰੀਆ ਬਹੁਤ ਵੱਡਾ ਹਿੰਦੁਸਤਾਨ ਦਾ, ਜਿੱਥੇ ਇਹ ਹਾਲੇ ਤੱਕ ਗੱਲ ਨਹੀਂ ਪਹੁੰਚੀ। ਤੇ ਇੱਕ ਗੱਲ ਦਾ ਹਾਲੇ ਤੱਕ ਮੈਨੂੰ ਬੜਾ ਅਫਸੋਸ ਲੱਗਿਆ ਐਤਕੀ ਹਿੰਦੁਸਤਾਨ ਜਾਣ ਤੋਂ ਬਾਅਦ, ਬਹੁਤ ਸਾਰੇ ਮੇਰੇ ਆਪਣੇ ਮਿੱਤਰਾਂ ਨੇ ਸਵਾਲ ਪੁੱਛੇ, ਕਹਿੰਦੇ ਮੌਲਵੀ ਮੁਹੰਮਦ ਬਰਕਤੁੱਲਾ ਐਡੀ ਵੱਡੀ ਸ਼ਖਸੀਅਤ ਸੀ, ਅਸੀਂ ਤਾਂ ਸਮਝਦੇ ਸੀ ਕੋਈ ਯੂਪੀ ਦਾ ਮਾੜਾ ਮੋਟਾ ਜਿਹਾ ਮੁਸਲਮਾਨ ਹੋਣਾ। ਹਾਲੇ ਤੱਕ ਉੱਥੇ ਦੇ ਲੋਕਾਂ ਨੂੰ ਕੋਈ 85% ਲੋਕਾਂ ਨੂੰ ਪ੍ਰੋਫੈਸਰ ਮੌਲਵੀ ਮੁਹੰਮਦ ਦਾ ਤੇ ਗਦਰ ਪਾਰਟੀ ਦੇ ਸੰਗਰਾਮੀ ਯੋਧਿਆਂ ਬਾਰੇ ਕੋਈ ਜਾਣਕਾਰੀ ਨਹੀਂ। ਭੋਪਾਲ ਦੇ ਵਿੱਚ ਵੀ ਭਾਵੇਂ ਉੱਥੇ ਦਾ ਜੰਮਿਆ ਸੀ, ਇਹਦੇ ਨਾਂ 'ਤੇ ਯੂਨੀਵਰਸਿਟੀ ਵੀ ਬਣਾਈ ਉਹਨਾਂ ਵੇਲਿਆਂ ਦੇ ਵਿੱਚ। ਤੇ ਸਾਨੂੰ ਇੱਕ ਫਖਰ ਆ ਕਿ ਆਹ ਜਿਹੜੀ ਸਾਡੀ ਫੋਟੋ ਆ, ਜਿਹੜੀ ਪਹਿਲੀ ਵਾਰੀ ਜਦੋਂ ਅਸੀਂ ਇਹ ਕਬਰ ਲੱਭੀ ਸਾਡੀ 5-6 ਬੰਦੇ ਦੀ, ਉਹ ਫੋਟੋ ਵੀ ਉਹਨਾਂ ਨੇ ਬਕਾਇਦਾ ਤੌਰ ਦੇ ਉੱਤੇ ਉੱਥੇ ਉਹਨਾਂ ਨੇ ਇਹ ਲਾਈ, ਉਹਨਾਂ ਨੇ ਕਰਕੇ ਕਿ ਇਹ ਲੋਕ ਆ ਜਿਨ੍ਹਾਂ ਨੇ ਪ੍ਰੋਫੈਸਰ ਮੌਲਵੀ ਮੁਹੰਮਦ ਬਰਕਤੁੱਲਾ ਦੀ ਕਬਰ ਨੂੰ ਲੱਭ ਕੇ ਉਹਨੂੰ ਸਵਾਰਿਆ ਸ਼ਿੰਗਾਰਿਆ, ਤੇ ਉਹਦੇ ਨਾਂ 'ਤੇ ਹੀ ਉੱਥੇ ਉਹਨਾਂ ਨੇ ਮੇਲੇ ਕਰਵਾਉਣੇ ਸ਼ੁਰੂ ਕੀਤੇ। ਫਖਰ ਆ ਸਾਡੀ ਜਥੇਬੰਦੀ ਨੂੰ, ਇੰਡੋ ਅਮਰੀਕਨ ਕਲਚਰ ਆਰਗੇਨਾਈਜੇਸ਼ਨ ਨੂੰ। ਅੱਜ ਮੈਂ ਇੱਕ ਹੋਰ ਸ਼ਖਸੀਅਤ ਨੂੰ ਵੀ ਸਭ ਤੋਂ ਪਹਿਲਾਂ ਉਹਨੂੰ ਸ਼ਰਧਾਂਜਲੀ ਦੇਣੀ ਚਾਹਾਂਗਾ ਜਿਹੜੇ ਸਾਡੇ ਵਿੱਚ ਨਹੀਂ ਰਹੇ ਸੀ। ਉਹ ਸੀ ਜਲੰਧਰ ਦੇਸ਼ ਭਗਤ ਯਾਦਗਾਰ ਦੇ ਪ੍ਰੈਜ਼ੀਡੈਂਟ ਗੁਰਮੀਤ ਸਿੰਘ ਢੱਡਾ। ਪਿਛਲੇ ਦਿਨੀ ਉਹਨਾਂ ਦੀ ਵੀ ਮੌਤ ਹੋ ਗਈ। ਜਦੋਂ ਮੈਂ ਇੰਡੀਆ ਗਿਆ ਤੇ ਉੱਥੇ ਉਹਨਾਂ ਨੂੰ ਵੀ ਮਿਲਿਆ ਬਕਾਇਦਾ, ਉਹਨਾਂ ਨੇ ਮੈਨੂੰ ਉੱਥੇ ਸੱਦਿਆ ਵੀ, ਕਿਉਂਕਿ ਸਾਡੇ ਹਿਸਟੋਰੀਕਲ ਕੰਮਾਂ ਕਾਜਾਂ ਦੇ ਕਰਕੇ ਜਥੇਬੰਦੀ ਨੂੰ ਉਹਨਾਂ ਨੇ ਮਾਨ ਸਨਮਾਨ ਦਿੱਤਾ। ਇੱਕ ਦੂਸਰੇ ਹੋਰ ਬਜ਼ੁਰਗ ਜਿਹੜੇ ਜਥੇਬੰਦੀ ਨਾਲ ਮੁੱਢ ਤੋਂ ਹੀ ਜੁੜੇ ਹੋਏ ਸੀ, ਵੈਲ ਐਜੂਕੇਟਡ ਪੰਸਰ ਸੀ, ਕਾਮੜ ਨੌ ਨਿਹਾਲ ਸਿੰਘ, ਉਹਨਾਂ ਦੀ ਵੀ ਡੈਥ ਹੋ ਗਈ। ਸਾਨੂੰ ਅਫਸੋਸ ਹੈ ਜਥੇਬੰਦੀ ਨੂੰ, ਅਸੀਂ ਉਹਨਾਂ ਨੂੰ ਵੀ ਸ਼ਰਧਾਂਜਲੀ ਭੇਟ ਕਰਦੇ ਹਾਂ ਅੱਜ ਦੇ ਇਸ ਪ੍ਰੋਗਰਾਮ ਦੇ ਉੱਤੇ, ਕਿਉਂਕਿ ਉਹੀ ਸੀ ਕਾਮੜ ਨੌ ਨਿਹਾਲ ਜਿਨ੍ਹਾਂ ਨੇ ਸਭ ਤੋਂ ਪਹਿਲਾਂ
ਮੈਨੂੰ ਇੱਕ ਗੱਲ ਆਖੀ ਸੀ ਕਿ ਤੂੰ ਇਹਦੇ ਬਾਰੇ ਆਰਟੀਕਲ ਲਿਖ ਕੇ ਭੇਜ ਫੋਟੋਆਂ ਸਮੇਤ। ਤੇ ਮੈਂ ਟਾਲਾ ਵੱਟਿਆ ਕਿ ਮੈਨੂੰ ਲਿਖਣਾ, ਕਹਿੰਦਾ ਨਹੀਂ ਮੈਂ ਅਸੀਂ ਆਪੇ ਸੁਧਾਰ ਲਾਂਗੇ ਇਹ ਲਿਖ। ਫਿਰ ਮੈਂ ਇਹਦੇ 'ਤੇ ਆਰਟੀਕਲ ਲਿਖਿਆ ਸੀ ਪ੍ਰੋਫੈਸਰ ਮੌਲਵੀ ਮੁਹੰਮਦ ਬਰਕਤੁੱਲਾ ਦੇ, ਜਿਹੜਾ ਇਹਨਾਂ ਨੇ ਉਹ ਸੋਵੀਨਾਰ ਦੇ ਵਿੱਚ ਛਾਪ ਕੇ ਉਹ ਵੀ ਭੋਪਾਲ ਯੂਨੀਵਰਸਿਟੀ ਵਾਲਿਆਂ ਨੂੰ ਦਿੱਤਾ। ਸਭ ਤੋਂ ਪਹਿਲਾਂ ਉਤਸ਼ਾਹੀ ਉਹੋ ਹੀ ਸੀ ਕਾਮੜ ਨੌ ਨਿਹਾਲ, ਜਿਹੜੇ ਮੁੱਢ ਦੇ ਵਿੱਚ ਸਾਨੂੰ ਉਤਸ਼ਾਹ ਦੇਣ ਵਾਲੇ ਸੀਗੇ। ਉਹ ਵੀ ਤੁਸੀਂ ਚੁੱਪ ਕਰਕੇ ਬੈਠੇ ਰਹੇ, 2 ਅੱਖਰ ਵਾਹੁਣ ਦੇ ਮਾਰੇ ਕੰਮਾਂ ਕਾਜਾਂ ਦੇ ਉੱਤੋਂ ਵਿਹਲੇ ਨਹੀਂ ਤੁਸੀਂ ਹੁੰਦੇ, ਇੰਨਾ ਕੰਮ ਵੀ ਨਹੀਂ ਕਰਦੇ। ਅੱਜ ਮੈਨੂੰ ਅਫਸੋਸ ਆ ਕਿ ਉਹ ਸ਼ਖਸੀਅਤ ਸਾਡੇ ਵਿੱਚ ਨਹੀਂ ਰਹੀ। ਤੇ ਆਖਰੀ ਵਾਰੀ ਐਤਕੀ ਮੈਂ ਬਿੰਦਰੇ ਹੋਣਾ ਦੇ ਬ੍ਰਦਰ ਦੀ ਡੈਥ ਹੋ ਗਈ ਸੀ, ਮੈਂ ਉਦੋਂ ਉੱਥੇ ਗਿਆ ਤੇ ਉਚੇਚਾ ਉਹਨਾਂ ਨੇ ਫਿਰ ਉੱਥੇ ਮਿਲਣ ਗਿਆ ਤੇ ਕਾਫੀ ਸਾਰੇ ਸਾਡੇ ਹੋਰ ਸਾਥੀ ਵੀ ਉੱਥੇ ਇਕੱਠੇ ਹੋਏ, ਜਿਨ੍ਹਾਂ ਨੇ ਬਹੁਤਿਆਂ ਦੇ ਵਿੱਚੋਂ ਸਦਾਏ ਜਲੰਧਰ ਦੇਸ਼ ਭਗਤ ਯਾਦਗਾਰ ਹਾਲ ਦੀ ਕਮੇਟੀ ਦੇ ਮੈਂਬਰਾਂ ਤੋਂ ਜਿਹੜੇ ਆਮ ਲੋਕ ਸੀ, ਉਹਨਾਂ ਨੇ ਮੌਲਵੀ ਮੁਹੰਮਦ ਬਰਕਤੁੱਲਾ ਬਾਰੇ ਮੈਨੂੰ ਆਹ ਹੀ ਪੁੱਛਿਆ, ਭਾਈ ਭਗਵਾਨ ਸਿੰਘ ਬਾਰੇ ਆਹ ਹੀ ਪੁੱਛਿਆ ਉਹਨਾਂ ਨੇ ਕਿ ਇਹ ਐਡੀਆਂ ਵੱਡੀਆਂ ਸ਼ਖਸੀਅਤਾਂ ਸੀ, ਐਡੀਆਂ ਵੱਡੀਆਂ ਸ਼ਖਸੀਅਤ ਸੀ, ਇੰਨੀ ਵਧੀਆ ਹਿਸਟਰੀ, ਇੰਨੀ ਸੁਚੱਜੀ ਹਿਸਟਰੀ, ਜਿਹਨੇ ਇੱਕ ਆਜ਼ਾਦੀ ਦੀਆਂ ਉਹ ਲੀਹਾਂ ਪਾਈਆਂ ਜਿਹੜੀਆਂ ਬਾਅਦ ਵਿੱਚ ਕਦੀ ਵੀ ਉਸ ਵੇਲੇ ਕਾਂਗਰਸ ਨੇ ਗਾਂਧੀ ਹੋਣਾ ਦੇ ਨੇੜੇ ਜੇ ਡੋਮੀਨੀਅਨ ਸਟੇਟ ਦੀ ਮੰਗ ਕਰਦੇ ਤੇ ਉਹ ਪਹਿਲੇ ਲੋਕ ਸੀ ਜਿਨ੍ਹਾਂ ਨੇ ਪੂਰਨ ਆਜ਼ਾਦੀ ਦੀ ਮੰਗ ਕੀਤੀ ਕਿ ਇਹਦੀਆਂ ਸਫਾਂ ਲਪੇਟ ਕੇ ਇਸ ਮੁਲਕ ਦੇ ਵਿੱਚੋਂ ਬਾਹਰ ਕੱਢੋ। ਸੋ ਇੱਕ ਹੋਰ ਸਾਡਾ ਮਿੱਤਰ ਸੀ, ਜਦੋਂ ਪਹਿਲੀ ਵਾਰੀ ਅਸੀਂ ਇਸੇ ਕਬਰਸਤਾਨ ਦੇ ਵਿੱਚੋਂ, ਅੱਜ ਤੋਂ 20 ਸਾਲ ਪੁਰਾਣੀ ਗੱਲ ਹੈ, ਤੇ ਉੱਧਰ ਜਾ ਕੇ ਅਸੀਂ ਬੈਠ ਕੇ ਇੱਕ ਕਵੀ ਦਰਬਾਰ ਵੀ ਕਰਾਇਆ ਸੀ। ਉਹਨਾਂ ਕਵੀਆਂ ਦੇ ਵਿੱਚੋਂ ਪਹਿਲਾ ਉਹ ਸ਼੍ਰੋਮਣੀ ਕਵੀ ਸੀ ਮਹਿੰਦਰ ਸਿੰਘ ਘੱਗ, ਜਿਹਨੇ ਆਪਣੇ ਸਾਥੀਆਂ ਨੂੰ ਲਿਆ ਕੇ ਕਮਲ ਬੰਗਾ, ਗੁਰਚਰਨ ਸਿੰਘ ਜ਼ਖਮੀ, ਜਗਿਆਸੂ ਤੇ ਸ਼ਾਇਦ ਉਹਨਾਂ ਦੇ ਨਾਲ ਇੱਕ ਹੋਰ ਸੀ ਜਿਹਦਾ ਮੈਨੂੰ ਹੁਣ ਨਾਂ ਨਹੀਂ ਯਾਦ, ਉਹਨਾਂ ਨੇ ਉੱਥੇ ਕਵਿਤਾਵਾਂ ਵੀ ਪੜ੍ਹੀਆਂ ਤੇ ਉੱਥੇ ਉਹਨਾਂ ਨੇ ਇਹਨਾਂ ਨੂੰ ਸ਼ਰਧਾਂਜਲੀ ਵੀ ਭੇਟ ਕੀਤੀ। ਉਹਨਾਂ ਨੇ ਉਹ ਸ਼ਖਸੀਅਤਾਂ ਅੱਜ ਸਾਡੇ ਵਿੱਚ ਨਹੀਂ ਰਹੀਆਂ ਤੇ ਮੈਂ ਆਪਣੇ ਵੱਲੋਂ, ਆਪਣੀ ਜਥੇਬੰਦੀ ਵੱਲੋਂ ਅੱਜ, ਕਿਉਂਕਿ ਹੋਰ ਤਾਂ ਸਾਡੇ ਕੋਲ ਟਾਈਮ ਨਹੀਂ, ਨਾ ਅਸੀਂ ਕੋਈ ਹੋਰ ਮੀਟਿੰਗ ਕਰ ਦੇਣੀ ਆ, ਮੈਂ ਪਹਿਲਾਂ ਹੀ ਉਹਨਾਂ ਲੋਕਾਂ ਨੂੰ ਇਹ ਸ਼ਰਧਾਂਜਲੀ ਜਿਹੜੀ ਆ ਇਹ ਦੇ ਦੇਵਾਂ। ਤੇ ਇੰਨਾ ਕੀ ਮੈਂ ਕੁਛ ਆਖਣਾ ਚਾਹਾਂਗਾ, ਇੰਨੀ ਕੀ ਜਾਣਕਾਰੀ ਦਿਆਂਗਾ ਕਿਉਂਕਿ ਸਾਡੇ ਕੋਲ 2 ਜਾਂ ਇੱਕ ਸਾਡਾ ਬਹੁਤ ਹੀ ਨੌਜਵਾਨ ਵਕੀਲ ਆ ਕਿੱਤੇ ਪੱਖੋਂ, ਬਹੁਤ ਹੀ ਠਰਮੇ ਵਾਲਾ ਤੇ ਬਹੁਤ ਹੀ ਬੀਬਾ ਮੁੰਡਾ। ਅਸੀਂ ਇਹ ਚਾਹੁੰਦੇ ਹਾਂ ਕਿ ਉਹ ਗਾਂਹ ਤੋਂ ਗਾਂਹ ਇਹ ਯੰਗ ਜਨਰੇਸ਼ਨ ਜਿਹੜੀ ਆ ਉਹ ਆਵੇ। ਤੇ ਪਿੰਦਰ ਹੈਗਾ ਆ ਜੂਬਾ ਸਿਟੀ ਤੋਂ, ਉਹਦਾ ਪਿਓ ਸਾਡੇ ਨਾਲ ਹੀ ਹੁੰਦਾ ਸੀਗਾ ਹਰਪਾਲ ਸਿੰਘਾ ਜੀ, ਉਹ ਵੀ ਇੱਥੇ ਆਇਆ। ਤੇ ਮੈਂ ਸਭ ਤੋਂ ਪਹਿਲਾਂ ਪੰਮ ਨੂੰ ਆਖਾਂਗਾ ਕਿ 2 ਮਿੰਟਾਂ ਲਈ ਉਹ ਸੰਗਦਾ ਬਹੁਤ ਆ। ਮੈਂ ਕਿਹਾ ਜਿੱਦਾਂ ਉੱਥੇ ਵਕੀਲਾਂ ਨਾਲ ਬਹਿਸ ਕਰਦੇ ਆ, ਉਹ ਵਕੀਲਾਂ ਵਾਲੀ ਬਹਿਸ ਜਿਹੜੀ ਆ ਉਹਨੂੰ ਕਨਵਰਟ ਹਿਸਟਰੀ ਵਿੱਚ ਕਰਕੇ 2-4 ਲਫ਼ਜ਼ ਉੱਦਾਂ ਦੇ ਬੋਲਦੇ, ਉਹੀ ਗੱਲ ਆ ਇਹ। ਸਭ ਤੋਂ ਪਹਿਲਾਂ ਸਾਰੇ ਜਿੰਨੇ ਵੀ ਇੱਥੇ ਆਪਣੇ ਬਜ਼ੁਰਗ ਭੈਣ ਭਰਾ ਸਾਰੇ ਆਏ ਆ, ਬਹੁਤ ਬਹੁਤ ਧੰਨਵਾਦ ਕਿ ਤੁਸੀਂ ਆਪਣੇ ਕੀਮਤੀ ਸਮੇਂ ਵਿੱਚੋਂ ਟਾਈਮ ਕੱਢਿਆ। ਉਹਨਾਂ ਸ਼ਹੀਦਾਂ ਨੂੰ ਜੋ ਗਦਰ ਪਾਰਟੀ ਔਰ ਅੱਜ ਇੱਥੇ ਪ੍ਰੋਫੈਸਰ ਬਰਕਤੁੱਲਾ ਜੀ ਦੇ ਕਵਰ 'ਤੇ ਆਏ ਆ, ਜਿਨ੍ਹਾਂ ਨੇ ਆਪਣੇ ਇੱਥੇ ਸੰਘਰਸ਼ ਕੀਤਾ, ਨਾ ਕਿ ਸਿਰਫ ਅਮਰੀਕਾ ਵਿੱਚ ਪਰ ਹੋਰ ਵੀ ਬਹੁਤ ਕੰਟਰੀਆਂ ਵਿੱਚ, ਤਾਂ ਕਿ ਆਪਣਾ ਹਿੰਦੁਸਤਾਨ ਆਜ਼ਾਦ ਹੋ ਸਕੇ। ਜਿਵੇਂ ਕਿ ਅੰਕਲ ਜੀ ਹੁਣੀ ਦੱਸਿਆ, ਬਹੁਤਿਆਂ ਨੂੰ ਪਤਾ ਨਹੀਂ ਕਿ ਪ੍ਰੋਫੈਸਰ ਬਰਕਤੁੱਲਾ ਜੀ ਹੁਣੀ ਕੌਣ ਸੀ, ਉਹਨਾਂ ਦੀ ਕੋਈ ਹਿਸਟਰੀ, ਕਿਉਂਕਿ ਇੱਥੇ ਦੇ ਤਾਂ ਦੱਸਿਆ ਹੀ ਨਹੀਂ ਜਾਂਦਾ ਹੈਗਾ ਅਮਰੀਕਨ ਜੋ ਸਟੱਡੀਜ਼ ਆ। ਪਰ ਜੇ ਤੁਸੀਂ ਔਨਲਾਈਨ ਜਾਓ, ਬਹੁਤ ਸਾਰਾ ਰਿਸਰਚ ਆਉਂਦਾ ਆ, ਉਹ 'ਚ ਪਤਾ ਲੱਗਦਾ ਕਿ ਨਾ ਕਿ ਸਿਰਫ ਇੱਥੇ ਅਮਰੀਕਾ ਵਿੱਚ ਪਰ ਹੋਰ ਕੰਟਰੀ ਵੀ, ਆਪਣੇ ਟੋਕੀਓ, ਜਾਪਾਨ, ਕਾਬਲ ਵਿੱਚ ਵੀ ਇਹਨਾਂ ਨੇ ਕਾਫੀ ਮੂਵਮੈਂਟ ਚਲਾਈ ਆ ਕਿ ਲੋਕਾਂ ਨੂੰ ਉਤਸ਼ਾਹ ਅਤੇ ਗਿਵ ਦੈਮ ਇਨਕਰੇਜਮੈਂਟ, ਉਹਨਾਂ ਨੂੰ ਉਸ ਤਰ੍ਹਾਂ ਦੇ ਹੌਸਲਾ ਦੇਣ ਦੀ ਗੱਲਾਂ ਕੀਤੀਆਂ ਕਿ ਆਪਣੇ ਜੋ ਹਿੰਦੁਸਤਾਨ ਨੂੰ ਆਜ਼ਾਦ ਕਰਾ ਸਕਣ। ਸੋ ਸਾਡੀ ਜਥੇਬੰਦੀ ਦਾ ਇਹੀ ਆ ਕਿ ਜੋ ਸ਼ਹੀਦਾਂ ਨੇ, ਜਿਨ੍ਹਾਂ ਲੋਕਾਂ ਨੇ ਆਪਣੇ ਦੇਸ਼ ਦੇ ਖਾਤਰ ਆਪਣੀਆਂ ਜਾਨਾਂ ਵਾਰੀਆਂ ਜਾਂ ਹੋਰ ਸੈਕਰੀਫਾਈਸਿਸ ਕੀਤੇ ਆ, ਉਹਨਾਂ ਨੂੰ ਹਮੇਸ਼ਾ ਚੇਤਾ ਰੱਖਣਾ ਚਾਹੀਦਾ। ਇਸ ਸਾਲ ਕੁਦਰਤੀ COVID-19 ਕਰਕੇ ਅਸੀਂ ਨਹੀਂ ਮੇਲਾ ਕਰਾ ਸਕੇ, ਪਰ ਜਦੋਂ ਹਾਲਾਤ ਸੁਧਰਨਗੇ ਫਿਰ ਜ਼ਰੂਰ ਅੱਗੇ ਵਾਂਗਰ ਕਰਾਵਾਂਗੇ। ਔਰ ਇਸ ਦੇ ਨਾਲ ਆਪ ਸਭ ਦਾ ਫਿਰ ਇੱਕ ਵਾਰੀ ਧੰਨਵਾਦ ਕਰਦਾ। ਥੈਂਕ ਯੂ। ਥੈਂਕ ਯੂ ਪੰਮ। ਸੋ ਹੁਣ ਮੈਂ ਕੁਛ ਕੁ ਬਹੁਤੀਆਂ ਲੰਬੀਆਂ ਚੌੜੀਆਂ ਤਾਂ ਅਸੀਂ ਗੱਲਾਂ ਨਹੀਂ ਕਰਾਂਗੇ, ਕਿਉਂਕਿ ਸਾਡੀ ਜਥੇਬੰਦੀ ਦੇ, ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ, ਜਦੋਂ ਅਸੀਂ ਕਰਾਇਆ, ਜਰਨੈਲ ਸਿੰਘ ਸਰਪੰਚ ਜਿਹੜੇ ਡਾਇਰੈਕਟਰ ਆ ਸਾਡੀ ਜਥੇਬੰਦੀ ਦੇ ਮੋਢੀ ਮੈਂਬਰਾਂ ਵਿੱਚੋਂ ਆ, ਤੇ ਸਮਿੱਤਰ ਸਿੰਘ ਜੀ ਉੱਪਲ ਉਹਨਾਂ ਵੇਲਿਆਂ ਦੇ ਵਿੱਚੋਂ ਸਾਡੇ ਨਾਲ ਸੀ, ਜਿਹੜੇ ਕੈਂਸਰ ਦੀ, ਇੱਕ ਬੋਨਸ ਕੈਂਸਰ ਦੀ ਭਿਆਨਕ ਬਿਮਾਰੀ ਦੇ ਨਾਲ ਉਹ ਬਹੁਤ ਇੱਕ ਤਰ੍ਹਾਂ ਨਾਲ ਵੀਕ ਆ, ਪਰ ਜ਼ੋਰ ਪਾਉਂਦੇ ਸੀ ਮੈਂ ਉੱਥੇ ਜਾਵਾਂ ਤੇ ਵੀਲ ਚੇਅਰ ਦੇ ਉੱਤੇ ਨਾ ਇੱਕ 2 ਲਫ਼ਜ਼ ਬੋਲ ਕੇ ਆਵਾਂ, ਨਾ ਕੁਛ ਆਖਾਂ। ਕਿਰਪਾਲ ਸਿੰਘ ਜੀ ਸੰਧੂ ਕਾਫੀ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦੇ ਉਹ ਭਤੀਜੇ ਲੱਗਦੇ, ਉਹਨਾਂ ਦੇ ਦੂਜੇ ਬਾਬਿਆਂ 'ਚੋਂ। ਸ਼ਾਇਦ ਤੁਸੀਂ ਅਖਬਾਰ ਦੇ ਵਿੱਚ ਪਿਛਲੀ ਵਾਰ ਇੱਕ ਆਰਟੀਕਲ ਵੀ ਪੜ੍ਹਿਆ ਹੋਊਗਾ ਕਿ ਯਾਦਾਂ ਦੀਆਂ ਤੰਦਾਂ ਮੇਰੇ ਵਡਾਦਮਾਂ ਦੀ ਜ਼ੁਬਾਨੀ, ਔਰ
ਸਰਦਾਰ ਜਸਵੰਤ ਸਿੰਘ ਨੇ ਜਿਹੜਾ ਇਹਦੇ ਸਰਦਾਰ ਮੰਗਲ ਸਿੰਘ ਦਾ ਇਹਦੇ ਬਾਬੇ ਦਾ ਸਕਾ ਭਰਾ ਸੀ, ਉਹਨੇ ਇਹਦੇ ਨਾਲ ਉਹਨਾਂ ਵੇਲਿਆਂ 'ਚ ਸਾਂਝੀਆਂ ਕੀਤੀਆਂ। ਜਿਹੜੀ ਭਗਤ ਸਿੰਘ ਨਾਲ ਬਹੁਤ ਸਾਰੀਆਂ ਸੰਬੰਧਿਤ ਸੀਗੀਆਂ। ਉਹ ਵੀ 98 ਸਾਲਾਂ ਦਾ ਬਜ਼ੁਰਗ ਹੋਇਆ, ਉਹ ਗੋਡਿਆਂ ਗਿੱਟਿਆਂ ਤੋਂ ਤੇ ਚੱਲ ਨਹੀਂ ਸਕਦਾ। ਆਨਲਾਈਨ ਅਸੀਂ ਕੁਝ ਕੁ ਲਫ਼ਜ਼ਾਂ ਲਈ ਦੇ ਜਿਹੜੇ 2-3 ਮਿੰਟ ਆ ਉਹ ਤੁਹਾਡੇ ਨਾਲ ਉਹਨਾਂ ਨੂੰ ਰੂਬਰੂ ਕਰਾਂਗੇ। ਉਹ ਵੀ ਨਹੀਂ ਆ ਸਕੇ। ਗਿਆਨ ਸਿੰਘ ਜੀ ਬਿਲਗਾ, ਉਹ ਵੀ ਕੁਛ ਠੀਕ ਨਹੀਂ ਸਿਹਤ ਪੱਖੋਂ, ਤੇ ਉਹਨਾਂ ਨੇ ਵੀ ਕਿਹਾ ਵੀ ਮੈਂ ਤਾਂ ਬੋਲ ਵੀ ਨਹੀਂ ਸਕਦਾ, ਤੇ ਮੈਨੂੰ ਉੱਥੇ ਤੁਸੀਂ ਨਾ ਹੀ ਆਨਲਾਈਨ ਵੀ ਕਰਿਓ। ਤੇ ਸੁਮਿੱਤਰ ਸਿੰਘ ਉੱਪਲ, ਤੇ ਉਹਨਾਂ ਨੂੰ ਅਸੀਂ 2-2 ਮਿੰਟ ਲਈ ਆਨਲਾਈਨ ਲਿਆਵਾਂਗੇ। ਉਸ ਤੋਂ ਪਹਿਲਾਂ ਮੈਂ ਹੈਡਮਾਸਟਰ ਬਲਵੀਰ ਸਿੰਘ ਹੁਣੀ ਜਿਹੜੇ ਮੇਰੇ ਨਾਲ ਬੇਕਸਫੀਲਡ ਤੋਂ ਆ ਔਰ ਪੁਰਾਣੇ ਸਾਡੇ ਸਾਥੀ ਆ, ਔਰ ਮੈਂ ਹੈਰਾਨ ਆ ਕਿ ਐਡੀ ਦੂਰੋਂ ਜਾ ਕੇ ਹਰ ਸਾਲ ਹੀ ਉਹ ਜਲੰਧਰ ਦੇਸ਼ ਭਗਤ ਯਾਦਗਾਰ ਜਿਹੜੀ ਗਦਰੀ ਬਾਬਿਆਂ ਨਾਲ, ਗਦਰ ਪਾਰਟੀ ਨਾਲ ਸੰਬੰਧਿਤ ਆ, ਉੱਥੇ ਜਾ ਕੇ ਸਜਦਾ ਕਰਦੇ। ਅੱਜ ਵੀ ਐਤਕੀ ਵੀ ਮੈਂ ਇਹਨਾਂ ਨੂੰ ਉੱਥੇ ਹੀ ਫੜਿਆ। ਅੱਗੇ ਤਾਂ ਮੈਂ ਇਹਨਾਂ ਨੂੰ ਫੜ ਨਹੀਂ ਸੀ ਸਕਦਾ ਕਿਉਂਕਿ ਮੈਂ ਆਪ ਨਹੀਂ ਸੀ ਗਿਆ, ਤੇ ਉੱਥੇ ਹੀ ਇਹ ਮੈਂ ਇਹਨਾਂ ਨੂੰ ਬੈਠਿਆ ਹੋਇਆ ਮਿਲਿਆ। ਤੇ ਮੈਂ ਉਹਨਾਂ ਨੂੰ ਕਹਾਂਗਾ ਕਿ 2 ਮਿੰਟ ਲਈ ਉਹ ਤੁਹਾਡੇ ਨਾਲ ਆਪਣੀ ਸਾਂਝ ਪਾਉਣ। 2 ਮਿੰਟ ਲਈ ਬਲਵੀਰ ਸਿੰਘ। ਸਤਿਕਾਰਯੋਗ ਭੈਣੋ ਭਰਾਵੋ, ਅੱਜ ਅਸੀਂ ਗਦਰੀ ਬਾਬਿਆਂ ਦੇ ਇਸ ਸਾਲਾਨਾ ਮੇਲੇ ਦੇ ਰੂਪ ਵਿੱਚ ਇਹ ਮੀਟਿੰਗ ਕਰਕੇ ਬਰਕਤ ਉੱਲਾ ਜੀ ਦੇ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਆਏ ਹਾਂ। ਅਸੀਂ ਇਹਨਾਂ ਤੋਂ ਪ੍ਰੇਰਨਾ ਲੈਂਦੇ ਹਾਂ। ਅਸੀਂ ਕੋਈ ਪੂਜਾ ਜਾਂ ਹੋਰ ਗੱਲ ਕਰਨ ਨਹੀਂ ਆਏ, ਅਸੀਂ ਪ੍ਰੇਰਨਾ ਲੈਣ ਆਏ ਹਾਂ। ਕਹਿੰਦੇ ਦਰਖਤ ਜੜ ਦੇ ਨਾਲ, ਮਨੁੱਖ ਇਤਿਹਾਸ ਦੇ ਨਾਲ ਇਹ ਧਰਤੀ 'ਤੇ ਸ਼ਾਨ ਦੇ ਨਾਲ ਜਿਉਂਦਾ ਹੈ, ਅਣਖ ਦੇ ਨਾਲ ਜਿਉਂਦਾ ਹੈ। ਸਾਡਾ ਇਤਿਹਾਸ ਹੈ ਜੋ ਸਾਨੂੰ ਪ੍ਰੇਰਨਾ ਦਿੰਦਾ ਹੈ। ਉਹ ਸਾਡਾ ਇਤਿਹਾਸ ਸਾਡੇ ਅਚੇਤ ਮਨ ਦੇ ਵਿੱਚ, ਸਾਡੇ ਅਨਕੌਂਸ਼ੀਅਸ ਸਬਕੌਂਸ਼ੀਅਸ ਮਾਈਂਡ ਦੇ ਵਿੱਚ ਸਦਾ ਜਿਉਂਦਾ ਰਹਿੰਦਾ ਹੈ। ਉਦੋਂ ਹੀ ਅਸੀਂ ਪ੍ਰੇਰਨਾ ਲੈ ਕੇ, ਜੇ ਆਪਾਂ ਕਹੀਏ ਕਿ ਗਦਰੀ ਬਾਬਿਆਂ ਨੇ ਵੀ ਆਪਣੀ ਕੌਮ, ਆਪਣੀ ਧਰਤੀ, ਆਪਣੇ ਪੰਜਾਬ ਤੋਂ ਇੱਕ ਪ੍ਰੇਰਨਾ ਲਈ, ਉਹਨਾਂ ਦੇ ਵੀ ਅਚੇਤ ਮਨ ਦੇ ਵਿੱਚ ਉਬਾਲ ਉੱਠਿਆ ਵੀ ਯਾਰੋ, ਉਹ ਯੂਰਪ ਜੋ ਚਿੜੀ ਦੇ ਪਹੁੰਚੇ ਜਿੱਡਾ ਦੇਸ਼ ਸਾਡੇ ਦੇਸ਼ ਦੇ ਉੱਤੇ ਆ ਕੇ ਗੁਲਾਮੀ ਕਰੀ ਜਾਂਦਾ, ਸਾਡੇ ਦੇਸ਼ ਦੇ ਉੱਤੇ ਆਜ਼ਾਦੀ ਸਾਡੀ ਖੋਹ ਕੇ ਸਾਨੂੰ ਗੁਲਾਮ ਬਣਾਇਆ ਹੋਇਆ। ਉਸ ਅਣਖ ਇੱਜ਼ਤ ਨੂੰ ਲੈ ਕੇ ਧੰਨ ਹੈ ਉਹ ਜਿਨ੍ਹਾਂ ਦੇ ਇੱਥੇ ਕਾਰੋਬਾਰ ਵੀ ਸੀ, ਕਮਾਉਣ ਆਏ ਸੀ। ਉਹ ਤੁਰ ਕੇ ਫਾਂਸੀਆਂ ਦੇ ਰੱਸਿਆਂ ਨੂੰ ਚੁੰਮ ਲਿਆ ਜਾ ਕੇ। ਕਿੱਡੀ ਮਹਾਨਤਾ ਉਹਨਾਂ ਦੀਆਂ ਕੁਰਬਾਨੀਆਂ ਸਾਨੂੰ ਅੱਜ ਵੀ ਇਹ ਪ੍ਰੇਰਨਾ ਦੇਣਗੀਆਂ। ਮੈਂ ਧੰਨਵਾਦ ਕਰਦਾ ਸੰਸਥਾ ਦਾ ਅਤੇ ਤੁਹਾਡਾ, ਜਿਹੜੇ ਇਹ ਪ੍ਰੇਰਨਾ ਲੈਣ ਆਏ ਹੈ ਕਿ ਆਪਦੇ ਮਨਾਂ ਦੇ ਵਿੱਚ, ਆਪਦੇ ਸਦਾ ਦਿਲ ਦਿਮਾਗ ਦੇ ਵਿੱਚ ਇਹਨਾਂ ਮਹਾਨ ਸ਼ਹੀਦਾਂ ਨੂੰ ਯਾਦ ਰੱਖਾਂਗੇ। ਆਉਣ ਵਾਲੇ ਪੀੜ੍ਹੀਆਂ ਨੂੰ ਬਾਤਾਂ ਸੁਣਾ ਕੇ ਇਹ ਗੱਲਾਂ ਕਰਾਂਗੇ। ਦੇਸ਼ ਦੇ ਹਾਲਾਤ, ਭਾਰਤ ਦੇ ਹਾਲਾਤ ਹੁਣ ਵੀ ਕੋਈ ਵਧੀਆ ਨਹੀਂ। ਮੈਨੂੰ ਗੱਲ ਯਾਦ ਹੈ ਜਦੋਂ ਦੇਸ਼ ਅਜੇ ਆਜ਼ਾਦ ਹੋਇਆ ਸੀ, ਮੈਂ ਅਧਿਆਪਕ ਰਿਹਾ। 6ਵੀਂ 7ਵੀਂ ਦੀ ਕਿਤਾਬ ਦੇ ਵਿੱਚ ਬਾਬਾ ਸੋਹਣ ਸਿੰਘ ਭਗਤਾਂ ਦੀ ਜੀਵਨੀ ਹੁੰਦੀ ਸੀ, ਬਾਬਾ ਭਗਤ ਸਿੰਘ ਹੋਣਾ ਦੀਆਂ ਜੀਵਨੀਆਂ ਹੁੰਦੀਆਂ ਸੀ। ਹੁਣ ਸਾਡਾ ਐਜੂਕੇਸ਼ਨ ਉੱਥੇ ਸਿਸਟਮ ਹੀ ਬਦਲ ਰਿਹਾ ਹੈ। ਸਾਡੀ ਐਜੂਕੇਸ਼ਨ ਪਾਲਿਸੀ ਬਦਲ ਕੇ ਇਹ ਸਾਡੇ ਮਹਾਨ ਸ਼ਹੀਦਾਂ ਦੀਆਂ, ਸਾਡੇ ਬੱਚਿਆਂ ਦੀਆਂ ਕਿਤਾਬਾਂ ਦੇ ਵਿੱਚੋਂ ਜ਼ਿੰਦਗੀ ਪਾਠ ਕੱਢ ਦਿੱਤੇ ਜਾ ਰਹੇ ਆ। ਇਸ ਵਾਸਤੇ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਪੰਜਾਬ ਦੇ ਨਾਲ ਮੋਹ ਜਗਾਉਂਦੇ ਹੋਏ, ਆਪਣੇ ਪੰਜਾਬ ਦੇ ਨਾਲ ਸ਼ਰਧਾ ਜਿਉਂਦੇ ਹੋਏ, ਸਦਾ ਇਸੇ ਤਰ੍ਹਾਂ ਮੈਂ ਸ਼ਰਧਾ ਦੇ ਫੁੱਲ ਭੇਟ ਕਰਦਾ ਹੋਇਆ ਇਹਨਾਂ ਗਦਰੀ ਬਾਬਿਆਂ ਅੱਗੇ ਸਿਰ ਝੁਕਾਉਂਦਾ। ਧੰਨਵਾਦ। ਧੰਨਵਾਦ ਹੈਡਮਾਸਟਰ ਸਾਹਿਬ। ਤਾਂ ਹੁਣ ਸਾਡੇ ਉਹ ਬਜ਼ੁਰਗ ਆਗੂ ਜਿਹੜੇ ਹਮੇਸ਼ਾ ਹੀ ਸਾਡੀ ਆਰਗੇਨਾਈਜੇਸ਼ਨ ਦੀ ਡਗੋਰੀ ਬਣੇ ਰਹੇ ਆ, ਅਤੇ ਉਹਨਾਂ ਕੋਲੋਂ ਅਸੀਂ ਬਹੁਤ ਸਾਰੀਆਂ ਹਿਸਟੋਰੀਕਲ ਤੌਰ 'ਤੇ ਵੀ, ਅਤੇ ਰਾਜਨੀਤਿਕ ਤੌਰ ਦੇ ਉੱਤੇ ਵੀ, ਅਤੇ ਪ੍ਰਬੰਧਕ ਤੌਰ ਦੇ ਉੱਤੇ ਵੀ ਉਹਨਾਂ ਕੋਲੋਂ ਅਸੀਂ ਗਾਈਡਲਾਈਨ ਲੈਂਦੇ ਰਹੇ ਹਾਂ। ਮੇਰੇ ਕਹਿਣ ਤੋਂ ਭਾਵ ਆ ਕਿ ਕਿਰਪਾਲ ਸਿੰਘ ਜੀ ਸੰਧੂ, ਉਹ ਸਾਡੇ ਬਜ਼ੁਰਗ ਆਗੂ ਜਿਹੜੇ ਆ, ਮਹਾਨ ਸ਼ਖਸੀਅਤ ਆ, ਉਹ ਫਿਜ਼ੀਕਲੀ ਤੌਰ 'ਤੇ ਸਾਡੇ ਵਿੱਚ ਸ਼ਾਮਲ ਨਹੀਂ ਹੋ ਸਕੇ, ਅਤੇ ਆਨਲਾਈਨ ਆ ਫੋਨ ਦੇ ਉੱਤੇ। ਅਤੇ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਉਹ 2 ਮਿੰਟ ਲਈ ਜਿੰਨਾ ਕੋ ਸਮਾਂ ਲਾਉਂਦੇ ਹੁੰਦੇ ਆ,
ਤੇ ਉਹ ਆਪਣਾ ਮੈਸੇਜ ਜਿਹੜਾ ਆ ਉਹ ਦੇਣ। ਕਿਰਪਾਲ ਸਿੰਘ ਜੀ ਸੰਧੂ। ਹਾਂਜੀ ਬਾਬਾ ਜੀ। ਹਾਂਜੀ ਹਾਂਜੀ ਬੋਲੋ। ਬ੍ਰਿਟਿਸ਼ ਸਾਮਰਾਜ ਵੱਲੋਂ ਕਈ ਸਦੀਆਂ ਸਿੱਧੇ ਅਤੇ ਅਸਿੱਧੇ ਤੌਰ ਤੇ ਹਿੰਦੁਸਤਾਨ ਨੂੰ ਮਾਰੇ ਗਏ ਜੰਮ-ਜੱਫਾ ਤੋਂ ਛੁਟਕਾਰਾ ਦਿਵਾਉਣ ਲਈ ਤੁਸੀਂ ਸੂਰਬਿਆਂ, ਦੇਸ਼ ਭਗਤਾਂ, ਆਜ਼ਾਦੀ ਘੁਲਾਟੀਆਂ ਆਪਣੇ ਸੀਸ ਤਲੀ ਤੇ ਰੱਖ ਕੇ ਲੜਿਆ ਆਜ਼ਾਦੀ ਦਾ ਘੋਲ। ਜਥੇਬੰਦੀ ਨੂੰ ਜਥੇਬੰਦਕ ਢਾਂਚਾ ਦੇਣ ਲਈ ਤੁਹਾਨੂੰ ਸਰਬਸੰਮਤੀ ਨਾਲ ਅਫਗਾਨਿਸਤਾਨ ਦੀ ਜੁਝਾਰੂ ਧਰਤੀ ਤੇ ਮੌਕੇ ਦੇ ਹਾਕਮ ਜਨਾਬ ਅਮਾਨੁੱਲਾ ਖਾਨ ਦੇ ਜਹਾਜ਼ ਬਾਗ ਵਾਲੀ ਥਾਂ ਤੇ ਹਿੰਦੁਸਤਾਨ ਦੀ ਆਰਜ਼ੀ ਹਕੂਮਤ ਦਾ ਪ੍ਰਧਾਨ ਮੰਤਰੀ ਚੁਣਿਆ ਗਿਆ। ਤੁਹਾਡੀਆਂ ਲੀਹਾਂ ਤੇ ਚੱਲਦਿਆਂ ਕਿਸਾਨ ਮਜ਼ਦੂਰਾਂ ਆਜ਼ਾਦੀ ਦਾ ਘੋਲ ਲੜਿਆ। ਪਗੜੀ ਸੰਭਾਲੋ ਜੱਟਾਂ ਦੇ ਨਾਲੇ ਥੱਲੇ। ਅੱਜ ਫਿਰ ਹਿੰਦੁਸਤਾਨ ਦੇ ਦੇਸੀ ਰਜਵਾੜਾਸ਼ਾਹੀ ਨੂੰ ਪਹੁੰਚ ਦੇਣ ਲਈ ਮਜ਼ਦੂਰ, ਕਿਸਾਨ, ਮਿਹਨਤੀ ਵਰਗ ਆਪਣੀ ਆਜ਼ਾਦ ਹਸਤੀ ਨੂੰ ਕਾਇਮ ਰੱਖਣ ਲਈ ਘੋਲ ਲੜ ਰਿਹਾ ਹੈ। ਇਸ ਨਾਰੇ ਥੱਲੇ ਜਾਗ ਮਜ਼ਦੂਰ ਕਿਸਾਨਾਂ ਹੁਣ ਜਾਗੋ ਆਈ ਆ। ਇਹਨਾਂ ਸ਼ਬਦਾਂ ਨਾਲ ਤੁਹਾਨੂੰ ਸ਼ਰਧਾਂਜਲੀ ਭੇਟ ਕਰਦਾ ਹਾਂ। ਧੰਨਵਾਦ, ਧੰਨਵਾਦ। ਮੈਂ ਹੁਣ ਕੁਛ ਕੁ ਮੇਰੇ ਪੁਰਾਣੇ ਮਿੱਤਰ ਜਿਹੜੇ ਜਲੰਧਰ ਦੇਸ਼ ਭਗਤ ਯਾਦਗਾਰ ਦੇ ਹਿਸਟੋਰੀਅਨ ਨੇ ਤੇ ਉੱਥੋਂ ਦੀਆਂ ਪੁਰਾਣੀਆਂ ਉਹ ਜਿਹੜੀਆਂ ਉੱਲੀ ਲੱਗਾ ਲਿਟਰੇਚਰ ਆ ਉਹਨਾਂ ਨੂੰ ਝਾੜ ਪੂੰਝ ਕੇ ਤੇ ਉਹਨਾਂ ਨੂੰ ਕਿਤਾਬੀ ਸ਼ਕਲਾਂ ਦੇਣ ਦੇ ਵਿੱਚ ਲੱਗੇ ਹੋਏ ਨੇ। ਚਰੰਜੀ ਲਾਲ ਜੀ ਕੰਗਣੀਵਾਲ ਉਹਨਾਂ ਦੇ ਵੀ ਉਹ ਮਿੱਤਰ ਨੇ ਤੇ ਸਾਡੇ ਤਾਂ ਇੱਥੇ ਹੁਣ ਨਜ਼ਦੀਕੀ ਆਪਣੇ ਭਰਾ ਨੇ ਕੇਵਲ ਬਲੀਨਾ ਜੀ। ਮੈਂ ਉਹਨਾਂ ਨੂੰ ਕਹਾਂਗਾ ਕਿ 2 ਮਿੰਟ ਲਈ ਉਹ ਕੁਛ ਆਖਣ। ਕੇਵਲ ਬਲੀਨਾ ਜੀ। ਮੈਂ ਸਾਰੇ ਭਰਾਵਾਂ ਨੂੰ, ਭੈਣਾਂ ਨੂੰ ਸਤਿ ਸ੍ਰੀ ਅਕਾਲ। ਅੱਜ ਅਸੀਂ ਵਕਤੁੱਲਾ ਮੁਹੰਮਦ ਅਬਦੁੱਲਾ ਦੀ ਉਸ ਯਾਦਗਾਰ ਦੇ ਵਿੱਚ ਇਕੱਠੇ ਹੋਏ ਹਾਂ। ਅਸੀਂ ਉਹਨਾਂ ਆਜ਼ਾਦੀ ਘੁਲਾਟਿਆਂ ਨੂੰ ਯਾਦ ਕਰਦੇ ਹਾਂ ਅਤੇ ਅਸੀਂ ਉਹਨਾਂ ਤੋਂ ਪ੍ਰੇਰਨਾ ਲੈਂਦੇ ਹਾਂ ਕਿ ਅਸੀਂ ਇਸ ਜਗ੍ਹਾ 'ਤੇ ਆਣ ਕੇ ਉਹਨਾਂ ਦੀ ਯਾਦਗਾਰ ਨੂੰ ਤਾਜ਼ਾ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉੱਪਰ ਜੀ ਸਤਿ ਸ਼੍ਰੀ ਅਕਾਲ ਜੀ। ਇਹ ਬੇਨਤੀ ਆ ਕਿ ਅਸੀਂ ਇੱਥੇ ਸਾਰੀ ਤੁਹਾਡੇ ਜਿਹੜੀਆਂ ਫੌਜਾਂ ਆ ਤੇ ਹੋਰ ਵੀ ਭੈਣ ਭਰਾ ਇੱਥੇ ਅੱਜ ਉਹਨਾਂ ਨੂੰ ਬਰਕਤੁੱਲਾ ਸਾਹਿਬ ਨੂੰ ਅਸੀਂ ਉਹ ਸ਼ਰਧਾਂਜਲੀ ਦੇਣ ਆਏ ਸੀਗੇ ਤੇ ਹੁਣ ਤੁਹਾਨੂੰ ਅਸੀਂ ਇਹ ਬੇਨਤੀ ਕਰਾਂਗੇ ਕਿ ਤੁਸੀਂ 2 ਮਿੰਟ ਲਈ ਜਿਹੜਾ ਉਹਨਾਂ ਨੂੰ ਆਪਣੇ ਲਫ਼ਜ਼ਾਂ ਵਿੱਚ ਵੀ ਤੇ ਆਰਗੇਨਾਈਜੇਸ਼ਨ ਦੇ ਇਹਨਾਂ ਜਵਾਨਾਂ ਨੂੰ ਵੀ ਉਤਸ਼ਾਹ ਦਿਓ ਤੇ ਨਾਲ ਹੀ ਕੋਈ 2-4 ਲਫ਼ਜ਼ ਜਿਹੜੇ ਆਪਣੇ ਸ਼ਰਧਾਂਜਲੀ ਬਾਰੇ ਉਹ ਬੋਲੋ। ਮੇਰੇ ਦੋਸਤੋ, ਮੇਰੇ ਪਿਆਰੇ ਮਿੱਤਰੋ, ਤੁਸੀਂ ਬੜਾ ਉਪਰਾਲਾ ਕਰਦੇ ਹੋ ਇਸ ਗੱਲ ਤੇ ਕਿ ਤੁਸੀਂ ਉਹਨਾਂ ਸ਼ਹੀਦਾਂ ਨੂੰ ਜਿਨ੍ਹਾਂ ਨੇ ਦੁਨੀਆ ਨੂੰ ਦਿੱਤਾ ਕੁਝ, ਉਹ ਦੁਨੀਆ ਦੇ ਬੰਦੇ ਨੇ, ਦੁਨੀਆ ਦਾ ਸਰਮਾਇਆ ਨੇ, ਤੁਸੀਂ ਉਸ ਸਰਮਾਏ ਨੂੰ ਸਾਂਭ ਕੇ ਰੱਖਦੇ ਹੋ ਔਰ ਉਹਨਾਂ ਦੀ ਕਬਰਾਂ ਤੇ ਜਾ ਕੇ ਉਹਨਾਂ ਨੂੰ ਯਾਦ ਕਰਦੇ ਹੋ ਕਿਉਂਕਿ ਉਹਨਾਂ ਨੇ ਜ਼ਿੰਦਗੀ ਨੂੰ ਲੋਕਾਂ ਲਈ ਬਖਸ਼ਿਆ, ਲੋਕਾਂ ਨੂੰ ਦਿੱਤਾ। ਮੈਂ ਆਪਣੇ ਯਾਰਾਂ ਦੋਸਤਾਂ ਨੂੰ, ਜਿੰਨੇ ਵੀ ਸਾਡੇ ਮਿੱਤਰ ਹੈ, ਜਿੰਨੇ ਆਰਗੇਨਾਈਜੇਸ਼ਨ ਦੇ ਥੰਮ ਹੈ, ਆਪਣੇ ਸ਼ਹਿਰਾ ਸਾਹਿਬ ਹੋਣ, ਦੂਜੇ ਹੋਣ, ਕਿੰਨੀ ਹਿੰਮਤ ਨਾਲ, ਕਿਸੇ ਜੋਸ਼ ਨਾਲ ਇਹ ਇੱਥੇ ਆਉਂਦੇ ਨੇ ਔਰ ਆਪਣਾ ਪੂਰਾ ਸਾਥ ਨਿਭਾਉਂਦੇ ਨੇ। ਮੈਂ ਹਿਲਜੁਲ ਨਹੀਂ ਸਕਦਾ ਸੀ। ਮੈਨੂੰ ਸ਼ਹਿਰਾ ਸੁ ਕਹਿੰਦਾ ਕਾਰ 'ਚ ਬੈਠਾ ਰਹਿ, ਮੈਂ ਜਦੋਂ ਤੈਨੂੰ ਕਹੂੰਗਾ ਤਾਂ ਉੱਤਰ ਕੇ ਤੂੰ ਆ ਹੌਲੀ ਦੇਣੀ ਤੁਰ, ਇਹਦੇ 'ਚ ਮੈਂ ਹੌਸਲਾ ਭਰਨਾ। ਇਹ ਸ਼ਹਿਰਾ ਸੋਹਣਾ ਦੀ ਹਿੰਮਤ ਹੈ ਕਿ ਮੈਨੂੰ ਉਹਨਾਂ ਨੇ ਬੜੇ ਹੌਸਲੇ ਨਾਲ ਤੋਰ ਕੇ ਆਣ ਕੇ ਤੱਕ ਕਬਰ ਤੇ ਇੱਥੇ ਖੜਾ ਕਰਤਾ ਕਿਉਂਕਿ ਮੈਂ ਆਪਣਾ ਫਰਜ਼ ਸਮਝਿਆ ਸੀ ਕਿ ਮੈਂ ਉਸ ਸ਼ਹੀਦਾਂ ਨੂੰ ਸ਼ਰਧਾਂਜਲੀ ਪੇਸ਼ ਕਰਾਂ ਜਿਨ੍ਹਾਂ ਨੇ ਇਸ ਦੁਨੀਆ ਨੂੰ ਕੁਝ ਦਿੱਤਾ, ਦੁਨੀਆ ਨੂੰ ਰਾਹ ਦਿਖਾਇਆ ਔਰ ਦੁਨੀਆ ਦੇ ਵਿੱਚ ਇਹ ਕਿਸੇ ਮੁਲਕ ਦਾ ਸਰਮਾਇਆ ਨਹੀਂ, ਇਹ ਦੁਨੀਆ ਦਾ ਸਰਮਾਇਆ ਨਹੀਂ। ਵੈਰੀ ਗੁੱਡ। ਇਹ ਹੋਈ ਇੱਕ ਚੀਜ਼ ਹੈ कि हस्ती मिट्टी नहीं हमारी, सदियों रहा है दुश्मन
दौरे जमा हमारा, साडी हस्ती मिटदी नहीं। दुनिया ਜਿਹੜੀ ਆ ਉਹ ਕਾਫੀ ਸਾਨੂੰ ਮਾਰਦੇ ਆਈ ਰਹੀ, ਲੇਕਿਨ ਫਿਰ ਵੀ ਸਾਡੀ ਹਸਤੀ ਜਿਹੜੀ ਆ ਉਹ ਕਾਇਮ ਰਹਿੰਦੀ। ਮੈਂ ਬੜਾ ਖੁਸ਼ ਹੁੰਨਾ ਕਿ ਜਦੋਂ ਇੱਥੇ ਅਸੀਂ ਆਉਨੇ ਆ, ਉਹ ਸ਼ਹੀਦਾਂ ਦੇ ਪਰਿਵਾਰ ਜਿਹੜੇ ਆ ਉਹ ਸਾਡੇ ਨਾਲ ਹੱਥ ਮਿਲਾ ਕੇ ਸਾਡੀ ਲਾਈਨ ਵਿੱਚ ਖੜੇ ਹੁੰਦੇ ਨੇ ਔਰ ਉਹ ਸ਼ਰਧਾਂਜਲੀ ਪੇਸ਼ ਕਰਦੇ ਨੇ। ਸਾਨੂੰ ਇਸ ਗੱਲ ਤੇ ਮਾਣ ਹੈ ਕਿ ਉਹ ਲੋਕ ਜਿਹੜੇ ਆ, ਉਹ ਸ਼ਹੀਦਾਂ ਦੇ ਪਰਿਵਾਰ ਜਿਹੜੇ ਸਾਨੂੰ ਜੱਫੀਆਂ ਪਾ ਕੇ ਖੜੇ ਹੋ ਕੇ ਆਲੇ ਦੁਆਲੇ ਕੇ ਇਹਨਾਂ ਬਰਕਤੁੱਲਾ ਦੀ ਕਬਰ ਤੇ ਆਣ ਕੇ ਬੋਲਦੇ ਆ, ਚੱਲਦੇ ਆ ਤੇ ਸਾਨੂੰ ਕਾਇਮ ਰੱਖਦੇ ਆ। ਉਹਨਾਂ ਦਾ ਮੈਂ ਬੜਾ ਧੰਨਵਾਦੀ ਹਾਂ। ਓਕੇ ਉੱਪਲ ਜੀ, ਸਤਿ ਸ੍ਰੀ ਅਕਾਲ। ਬਹੁਤ ਬਹੁਤ ਮਿਹਰਬਾਨੀ ਤੁਹਾਡੀ, ਬਹੁਤ ਬਹੁਤ ਮਿਹਰਬਾਨੀ ਤੁਹਾਡੀ। ਥੈਂਕ ਯੂ। ਓਕੇ।